ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਆਪਾਂ ਜੀ ਆਇਆਂ ਕਹਿੰਦੇ ਆ। ਸੋ ਐਂਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਹਮੇਸ਼ਾ ਤਰ੍ਹਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹਾਂ, ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਮੈਂ ਵੀ ਤੁਹਾਡੇ ਕੋਲ ਵਿਚਾਰ ਜਿਹੜੇ ਬੜੇ ਅਮੁੱਲੇ ਹੁੰਦੇ ਹਨ ਉਹ ਕਰਦੇ ਹਾਂ। ਸੋ ਮੈਂ ਅੱਜ ਬਹੁਤ ਹੀ ਵਧੀਆ ਜਿਹੜੇ ਮੈਨੂੰ ਤੇ ਲਾਈਨਾਂ ਲੱਗੀਆਂ ਨੇ, ਆਈ ਹੋਪ ਤੁਹਾਨੂੰ ਪਸੰਦ ਆਈ ਹੋਣਗੀਆਂ। ਹੱਸਦੇ ਚਿਹਰਿਆਂ ਨੇ ਵੀ ਸਬਰ ਦੇ ਘੁੱਟ ਪੀਤੇ ਹੋਣਗੇ, ਹੱਸਦੇ ਚਿਹਰਿਆਂ ਨੇ ਵੀ ਸਬਰ ਦੇ ਘੁੱਟ ਪੀਤੇ ਹੋਣਗੇ, ਗੁਣਗੁਣਾਉਂਦੇ ਗੀਤਾਂ ਨੇ ਵੀ ਕਦੇ ਬੁੱਲ ਸੀਤੇ ਹੋਣਗੇ। ਰੱਬ ਤੇ ਯਕੀਨ ਰੱਖ ਕੇ ਹਨੇਰਿਆਂ ਵਿੱਚ ਤੁਰਦਾ ਜਾ, ਉਸਨੇ ਅੱਗੇ ਸੂਰਜਾਂ ਦੇ ਪ੍ਰਬੰਧ ਵੀ ਕੀਤੇ ਹੋਣਗੇ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਬਿਲਕੁਲ ਇਹੀ ਫੇਥ ਹੈ ਕਿ ਓੜਕ ਮੁੱਕੇਗੀ ਇਹ ਰਾਤ, ਜਿੰਨੀ ਮਰਜ਼ੀ ਹਨੇਰੀ ਰਾਤ ਹੋਏ ਉਸ ਦੀ ਸਵੇਰ ਹੋਏਗੀ। ਸੂਰਜ ਦੀਆਂ ਕਿਰਨਾਂ ਰੋਸ਼ਨੀ ਇਸ ਹਨੇਰੇ ਨੂੰ ਖਤਮ ਕਰੇਗੀ। ਇਹੀ ਅਸੀਂ ਨਿਰਾਸ਼ਾ ਦੇ ਵਿੱਚ ਵੀ ਆਸਾਂ ਦੀ ਗੱਲ ਜਦੋਂ ਕਰਦੇ ਹਾਂ ਤੇ ਇਹ ਹੋਪ ਹੈ। ਔਰ ਜਿਹੜੇ ਰੱਬ ਨੂੰ ਆਪਣਾ ਦੋਸਤ, ਆਪਣਾ ਪਿਤਾ, ਆਪਣਾ ਖਾਲਕ, ਆਪਣਾ ਪਾਲਕ ਸਮਝਦੇ ਨੇ, ਉਹਨਾਂ ਦਾ ਇਹ ਯਕੀਨ ਹੈ ਕਿ ਹਰ ਹਨੇਰੀ ਤੋਂ ਬਾਅਦ ਰਹਿਮਤ ਦਾ ਮੀਂਹ ਵਰਦਾ ਹੈ, ਹਰ ਔਖੀ ਘੜੀ ਤੋਂ ਬਾਅਦ ਸੌਖੀ ਘੜੀ ਆ ਰਹੀ ਹੈ, ਹਰ ਦੁੱਖ ਤੋਂ ਬਾਅਦ ਸੁੱਖ ਦੇ ਪਲ ਹੁੰਦੇ ਨੇ। ਔਰ ਉਹਨਾਂ ਨੇ ਇਹੀ ਸਿੱਖਿਆ ਹੁੰਦਾ ਹੈ ਕਿ ਜਿਸ ਹਾਲਤ ਦੇ ਵਿੱਚ ਵੀ ਪਿਆਰਾ ਰੱਖੇ, ਜਿਸ ਹਾਲ 'ਚ ਵੀ ਅਸੀਂ ਹੋਈਏ, ਸਾਡੇ ਸਾਹਮਣੇ ਸਬਰ, ਸੰਤੋਖ, ਸ਼ੁਕਰ, ਇਹੀ ਲਫ਼ਜ਼ ਸਾਡੀ ਡਿਕਸ਼ਨਰੀ 'ਚ ਹੋਣੇ ਚਾਹੀਦੇ ਨੇ ਕਿ ਜੋ ਵੀ ਵਾਪਰ ਰਿਹਾ ਉਹਨੂੰ ਅਸੀਂ ਸਬਰ ਦੇ ਨਾਲ ਪਾਣਾ ਮਿੱਠਾ ਕਰਕੇ ਮੰਨਣਾ। ਅਸੀਂ ਸਿਦਕ ਤੋਂ ਨਹੀਂ ਡੋਲਣਾ। ਸਾਡਾ ਸਿਦਕ, ਸਾਡਾ ਈਮਾਨ, ਸਾਡਾ ਫੇਥ ਕਿਸੇ ਹਾਲਤ ਦੇ ਵਿੱਚ ਵੀ ਨਹੀਂ ਡੋਲਣਾ ਚਾਹੀਦਾ। ਔਰ ਜੋ ਰੱਬ ਨੇ ਸਾਨੂੰ ਦਿੱਤਾ ਹੋਇਆ ਉਸ ਦੇ ਲਈ ਹਮੇਸ਼ਾ ਅਸੀਂ ਸ਼ੁਕਰਗੁਜ਼ਾਰੀ ਕਰਨੀ। ਔਰ ਅੱਜ ਅਸੀਂ ਬਾਬਾ ਫਰੀਦ ਜੀ ਦੇ ਸਲੋਕਾਂ ਦੇ ਉੱਤੇ ਵਿਚਾਰ ਸ਼ੁਰੂ ਕਰ ਰਹੇ ਹਾਂ, ਕਿਉਂਕਿ ਅਸੀਂ ਪਿਛਲੇ ਰਮਜ਼ਾਨ ਦੇ ਮਹੀਨੇ 'ਚ 4 ਸ਼ਬਦ ਜਿਹੜੇ ਮੁੱਖ ਤੌਰ ਤੇ ਵੱਡੇ ਹਿੰਮ ਸਨ, ਉਹ ਬਾਬਾ ਫਰੀਦ ਜੀ ਦੇ ਵਿਚਾਰੇ। ਔਰ ਸਾਨੂੰ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਨੇ ਆਈਆਂ, ਉਹਨਾਂ ਨੇ ਕਿਹਾ ਜੀ ਅਸੀਂ ਪਾਕਿਸਤਾਨ 'ਚ ਰਹਿੰਦੇ ਹਾਂ, ਇੱਕ ਦੋ ਨੇ ਕਿਹਾ ਜੀ ਅਸੀਂ ਤਾਂ ਪਾਕ ਪਤਨ ਦੇ ਰਹਿਣ ਵਾਲੇ ਹਾਂ, ਸਾਨੂੰ ਪਤਾ ਹੀ ਨਹੀਂ ਹੈ ਕਿ ਵੀ ਬਾਬਾ ਫਰੀਦ ਦੀ ਬਾਣੀ। ਹਾਲਾਂ ਉੱਥੇ ਇੱਕ ਹੋਰ ਫਰੀਦ ਜਿਹੜੇ ਸ਼ਾਇਰ ਹੋਏ ਨੇ ਪਿਛਲੇ ਪੀਰੀਅਡ ਦੇ ਵਿੱਚ, ਉਹਨਾਂ ਦੀਆਂ ਕਾਫੀ ਜਿਹੜੀਆਂ ਨੇ ਕੰਪੋਜੀਸ਼ਨਸ ਉੱਥੇ ਗਾਇਕਾਂ ਵੱਲੋਂ ਗਾਈਆਂ ਗਈਆਂ। ਲੇਕਿਨ ਜਿਹੜੀ ਸਟੀਕ ਬਾਣੀ ਬਾਬਾ ਫਰੀਦ ਗੰਜ ਸ਼ੱਕਰ ਦੀ, ਜਿਸ ਨੂੰ 4 ਸਦੀਆਂ ਪਹਿਲਾਂ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾਇਆ, ਗੁਰੂ ਨਾਨਕ ਸਾਹਿਬ ਖੁਦ ਕਰਤਾਰਪੁਰ ਸਾਹਿਬ ਤੋਂ ਪਾਕਪਤਨ ਜਾ ਕੇ ਲੈ ਕੇ ਆਏ, ਉਹਦਾ ਸਿਰਫ ਤੇ ਸਿਰਫ ਜਿਹੜਾ ਸੋਰਸ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਔਰ 4 ਉਹਨਾਂ ਵੱਡੇ ਸ਼ਬਦਾਂ ਤੋਂ ਇਲਾਵਾ 130 ਸ਼ਲੋਕ ਜਿਹੜੇ ਬਾਬਾ ਫਰੀਦ ਜੀ ਦੀ ਬਾਣੀ ਦੇ ਸਿਰਲੇਖ ਦੇ ਥੱਲੇ ਹੀ ਆਉਂਦੇ ਨੇ। ਹਾਲਾਂਕਿ ਉਹਨਾਂ ਚੋਂ 18 ਸ਼ਲੋਕ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਉਹਨਾਂ ਦੇ ਰਚੇ ਹੋਏ ਨੇ। ਔਰ ਬਾਬਾ ਫਰੀਦ ਜੀ ਦੇ 112 ਐਕਸਕਲੂਸਿਵ ਉਹਨਾਂ ਦੇ ਨੇ। ਪਰ ਕਿਉਂਕਿ ਉਸੇ 'ਚ ਹੀ ਬਾਬਾ ਫਰੀਦ ਜੀ ਨੂੰ ਹੀ ਐਡਰੈਸ ਕਰਦੇ ਆ, ਜਾਂ ਜਿਹੜਾ ਸ਼ਲੋਕ ਬਾਬਾ ਜੀ ਦਾ ਹੈ ਉਸ ਨੂੰ ਅੱਗੋਂ ਇੰਟਰਪ੍ਰੇਟ ਗੁਰੂ ਸਾਹਿਬ ਨੇ ਕੀਤਾ, ਸੋ ਅਸੀਂ 130 ਸ਼ਲੋਕ ਬਾਬਾ ਫਰੀਦ ਜੀ ਨੂੰ ਹੀ ਸਮਰਪਿਤ ਕਰਦੇ ਹਾਂ। ਔਰ ਪਹਿਲਾ ਸ਼ਲੋਕ ਜਿਹੜਾ ਕਿ ਅਗੇਨ ਮੈਂ ਸਮਝਦਾ ਹਾਂ ਵੀ ਉਹ ਰੱਬ ਦੇ ਬੰਦੇ ਕਿਸੇ ਵੀ ਡਿਸਿਪਲਿਨ ਦੇ ਹੋਣ, ਉਹ ਬੇਸ਼ੱਕ ਸੂਫੀਆਨਾ ਆਰਡਰ ਹੈ ਜਾਂ ਉਹ ਗੁਰਮਤ ਦਾ ਰਸਤਾ ਹੈ, ਜਾਂ ਈਵਨ ਹਿੰਦੂ ਪਰੰਪਰਾ ਦੇ ਵਿੱਚ ਵੀ ਜਿਹੜੇ ਲੋਕ ਇੱਕ ਰੱਬ ਤੱਕ ਪਹੁੰਚੇ, ਉਹਨਾਂ ਦੇ ਬਹੁਤ ਥੋੜੇ ਨੇ ਜਿਹੜੇ ਉਸ ਤੇ ਸੀ। ਬਹੁਤ ਸਾਰੇ ਤਾਂ ਦੇਵੀ ਦੇਵਤਿਆਂ ਦੀ ਵਰਸ਼ਿਪ ਦੇ ਨਾਲ ਹੀ ਜੁੜੇ। ਇੱਕ ਗੱਲ ਇਹ ਯਾਦ ਦਹਾਨੀ ਜ਼ਰੂਰ ਕਰਵਾਉਂਦੇ ਨੇ ਸਾਰਿਆਂ 'ਚ ਕਿ ਜੇ ਤੁਹਾਨੂੰ ਮੌਤ ਯਾਦ ਰਹੇ, ਜੇ ਤੁਹਾਨੂੰ ਇਸ ਗੱਲ ਦੀ ਯਾਦ ਦਹਾਨੀ ਰਹੇ ਕਿ ਅਲਟੀਮੇਟਲੀ ਤੁਸੀਂ ਇਸ ਦੁਨੀਆ ਤੋਂ ਤੁਰ ਜਾਣਾ, ਤੇ ਇਹ ਇੱਕ, ਇਹਨੂੰ ਤੁਸੀਂ ਡਰ ਵੀ ਕਹਿ ਸਕਦੇ ਹੋ ਕਿਸੇ ਹੱਦ ਤੱਕ, ਪਰ ਮੈਂ ਇਸ ਨੂੰ ਡਰ ਦੀ ਥਾਂ ਤੇ ਪਿਆਰ ਭਰਿਆ ਡਰ ਕਹਾਂਗਾ ਕਿ ਇਹ ਤੁਹਾਨੂੰ ਫਿਰ ਯਾਦ ਦਹਾਨੀ ਵੀ ਕਰਵਾਉਂਦਾ ਔਰ ਜ਼ਿੰਦਗੀ 'ਚ ਰਾਹੇ ਰਾਸ ਜਿਹਨੂੰ ਅਸੀਂ ਕਹਿੰਦੇ ਹਾਂ ਉਸ ਤੇ ਵੀ ਰੱਖਦਾ, ਠੀਕ ਰਸਤੇ ਤੇ ਵੀ ਰੱਖਦਾ ਕਿ ਭਾਈ ਤੁਹਾਡੀ ਗਰੀਡ, ਤੁਹਾਡਾ ਲਾਲਚ, ਤੁਹਾਡੀ ਭੁੱਖ, ਤੁਹਾਡਾ ਜ਼ੁਲਮ, ਜੋ ਮਰਜ਼ੀ ਕਰੋ, ਅਲਟੀਮੇਟਲੀ ਕਾਹਦੇ ਲਈ ਜਾਣ ਲੱਗੇ ਤਾਂ ਤੁਸੀਂ ਇੱਥੋਂ ਇੱਕ ਸੂਈ ਵੀ ਨਹੀਂ ਲਿਜਾ ਸਕਦੇ। ਤੁਹਾਡੇ ਕੋਲ ਜੇ ਕੁਝ ਜਾਣਾ
ਤੇ ਤੁਹਾਡੇ ਨੇਕ ਕੰਮ ਜਾਣੇ ਨੇ, ਤੁਹਾਡਾ ਭਲਾ ਕੀਤਾ ਤੁਹਾਡੇ ਨਾਲ ਜਾਣਾ। ਬਾਕੀ ਤਾਂ ਜਿਹੜਾ ਹੈ ਉਹ ਜ਼ਿੰਦਗੀ ਵਿਅਰਥ ਗਵਾਉਣ ਵਾਲੀ ਗੱਲ ਹੈ, ਜ਼ਿੰਦਗੀ ਦਾ ਜ਼ਿਆ ਹੈ। ਔਰ ਅੱਜ ਦਾ ਇਹ ਸ਼ਲੋਕ ਬਾਬਾ ਫਰੀਦ ਜੀ ਦਾ ਸ਼ਲੋਕ, ਸ਼ੇਖ ਫਰੀਦ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ। ਜਿੰਦ ਨਮਾਣੀ ਕੱਢੀਐ ਹੱਡਾਂ ਕੂਕੜ ਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਣਾਏ, ਆਪਣ ਹੱਥੀਂ ਜੋਲ ਕੈ ਗਲ ਆਪਣ ਹੱਥੀਂ ਜੋਲ ਕੈ ਕਹਿ ਗਲ ਲੱਗੈ ਧਾਏ। ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ, ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਏ। ਹੁਣ ਇਹਦੇ ਚ ਜਿਹੜਾ ਅਲੰਕਾਰ ਹੈ, ਮੈਟਾਫਰ ਹੈ, ਉਹ ਯੂਜ਼ ਕੀਤਾ ਗਿਆ ਵਿਆਹ ਦਾ। ਜਿਵੇਂ ਵਿਆਹ ਦੇ ਵੇਲੇ ਲਾੜਾ ਵਰਨ ਆਉਂਦਾ ਹੈ ਲਾੜੀ ਨੂੰ, ਔਰ ਬੜਾ ਚਾਵਾਂ ਦਾ ਵੇਲਾ ਹੁੰਦਾ ਹੈ। ਹੁਣ ਉਸ ਚਾਹ ਨੂੰ, ਕਿਉਂਕਿ ਬਹੁਤ ਵਾਰ ਰੱਬ ਸਾਨੂੰ ਭੁੱਲਦਾ ਹੈ ਜਦੋਂ ਸਾਡੇ ਚਾਹ ਦੇ ਬਹੁਤ ਜਾਂ ਇਆਸ਼ੀ ਦੇ ਸਾਧਨ ਹੁੰਦੇ ਨੇ, ਉਦੋਂ ਸਾਨੂੰ ਲੱਗਦਾ ਹੈ ਕਿ ਭਾਈ ਇਹ ਦਿਨ ਹਮੇਸ਼ਾ ਹੀ ਰਹਿਣੇ ਨੇ। ਸੋ ਬਾਬਾ ਫਰੀਦ ਨੇ ਇਹਦੇ ਸ਼ੁਰੂ ਹੀ ਕੀਤਾ ਕਿ ਭਾਈ ਇੱਕ ਪਾਸੇ ਤਾਂ ਤੂੰ ਲਾੜੀ ਲੈ ਕੇ ਆਇਆ ਸੀ, ਲੇਕਿਨ ਇਸ ਗੱਲ ਦੇ ਨੂੰ ਵੀ ਯਾਦ ਰੱਖ, ਜਿਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ। ਹੁਣ ਜ਼ਾਹਰ ਹੈ ਕਿ ਵੀ ਪਹਿਲਾਂ ਸਾਹਾ ਬੰਨਿਆ ਜਾਂਦਾ ਸੀ ਕਿ ਸ਼ਗਨ ਦੇ ਤੌਰ ਤੇ, ਕਿ ਭਾਈ ਇਹ ਜਦੋਂ ਸਾਹਾ ਬੰਨਿਆ ਜਾਂਦਾ ਸੀ ਕਿ ਹੁਣ ਇਹ ਵਿਆਹ ਹੋਣਾ, ਤੇ ਫਿਰ ਵਿਆਹ ਹੋ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਭਾਈ ਜਿਵੇਂ ਮੌਤ ਦਾ ਫਰਿਸ਼ਤਾ, ਔਰ ਇਸਲਾਮ ਦੇ ਵਿੱਚ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹਨੂੰ ਮਲਕੁਲ ਮੌਤ ਕਹਿੰਦੇ ਨੇ, ਕਿ ਮੌਤ ਦਾ ਫਰਿਸ਼ਤਾ ਹੈ। ਸਾਡੇ ਇੱਧਰ ਕੋਈ ਧਰਮਰਾਜ ਕਹਿੰਦਾ ਹੈ, ਕੋਈ ਯਮਰਾਜ ਕਹਿੰਦਾ ਹੈ। ਇਹ ਸੋ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਜਿਤ ਦਿਹਾੜੈ ਧਨ ਵਰੀ, ਜਿਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ, ਕਿ ਜਿੱਦਨ ਇਹ ਤੇਰਾ ਮੌਤ ਦਾ ਫਰਿਸ਼ਤਾ ਆ ਕੇ ਤੈਨੂੰ ਲੈ ਜਾਏਗਾ, ਤੇਰੇ ਮੌਤ ਦਾ ਵਕਤ ਤਾਂ ਲਿਖਿਆ ਹੋਇਆ, ਸਾਹੇ ਲੈ ਲਿਖਾਏ। ਜਿੱਦਨ ਤੂੰ ਆਈ ਸੀ ਇਸ ਦੁਨੀਆ ਦੇ ਵਿੱਚ, ਉਦਨ ਹੀ ਤੇਰੀ ਮੌਤ, ਇਹ ਰੂਹ ਨੂੰ ਮੁਖਾਤਬ ਹੈ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਕਿ ਇਹ ਗੱਲ ਤਾਂ ਸੁਣੀ ਹੋਈ ਹੈ ਕਿ ਮਲਕੁਲ ਮੌਤ ਆਂਦਾ ਹੈ, ਇਹ ਲੋਕਾਂ 'ਚ ਚਰਚਾ ਹੈ, ਇਹ ਕੰਨਾਂ ਨਾਲ ਹੁਣ ਤੱਕ ਸੁਣਿਆ ਹੋਇਆ, ਪਰ ਜਦੋਂ ਆ ਗਿਆ ਤੇ ਫਿਰ ਮੂੰਹ ਦਿਖਾਲੇ, ਉਹਨੇ ਆਪਣਾ ਮੂੰਹ ਦਿਖਾਇਆ, ਫਿਰ ਤੇਰੀਆਂ ਅੱਖਾਂ ਵੀ ਦੇਖ ਲੈਣਗੀਆਂ ਕਿ ਭਾਈ ਹੁਣ ਕੋਈ ਚਾਰਾ ਨਹੀਂ ਹੈ, ਹੁਣ ਜਿਉਣ ਦਾ ਕੋਈ ਮੌਕਾ ਨਹੀਂ ਬਚਿਆ। ਜਿੰਦ ਨਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਕਿ ਹੁਣ ਜ਼ਾਹਰ ਹੈ ਕਿ ਜਿਹੜੇ ਲਾਸਟ ਪਲ ਹੁੰਦੇ ਨੇ, ਕਿਵੇਂ ਸਾਹ ਨਿਕਲਿਆ। ਬਹੁਤ ਵਾਰ ਮੈਨੂੰ ਯਾਦ ਹੈ ਕਿ ਆਮ ਪਿੰਡਾਂ ਦੇ ਵਿੱਚ ਜ਼ਰੂਰ ਹੁੰਦਾ ਹੈ ਕਿ ਜੀ ਕਿਸੇ ਦਾ ਮੂੰਹ ਖੁੱਲਾ ਰਹਿ ਗਿਆ ਮਰਨ ਵੇਲੇ, ਜਾਂ ਕਿਸੇ ਦੇ ਕੋਈ ਹੋਰ ਭਾਵ ਤੋਂ ਹੁੰਦਾ ਸੀ ਜੀ ਇਹਦੇ ਸਾਹ ਮੂੰਹ ਰਾਹੀਂ ਨਿਕਲੇ ਨੇ, ਜਾਂ ਨੱਕ ਰਾਹੀਂ ਨਿਕਲਿਆ, ਜਾਂ ਇਸ ਦੇ ਕਿਸੇ ਹੋਰ ਅੰਗ ਰਾਹੀਂ ਨਿਕਲਿਆ। ਹੁੰਦਾ ਸੀ ਕਿ ਜਿਹੜਾ ਅਖੀਰਲਾ ਹੈ, ਕਿ ਜਦੋਂ ਸਾਹ ਨਿਕਲ ਰਿਹਾ ਹੁੰਦਾ ਹੈ ਉਦੋਂ ਬਹੁਤ ਤਕਲੀਫ ਹੁੰਦੀ ਹੈ। ਕੁਝ ਹਾਲਤਾਂ ਦੇ ਵਿੱਚ ਤਾਂ ਸਾਡੇ ਉਹਨੂੰ ਘੋਰੜੂ ਵੱਜਣਾ ਕਹਿੰਦੇ ਨੇ, ਕਿਉਂਕਿ ਜਦੋਂ ਤੁਸੀਂ ਬ੍ਰੈਥਲੈਸ ਹੋ ਰਹੇ ਹੁੰਦੇ ਹੋ ਤੇ ਉਹਦੀ ਇਦਾਂ ਦੀ ਆਵਾਜ਼ ਹੁੰਦੀ ਹੈ ਜਿਵੇਂ ਘੋਰੜੂ ਘੁੱਗੂ ਵੱਜਦਾ, ਅਲਾਰਮ ਵਰਗੀ ਹੁੰਦੀ ਹੈ। ਤੇ ਜਦੋਂ ਘੋਰੜੂ ਵੱਜ ਰਿਹਾ ਹੋਵੇ, ਕਹਿੰਦੇ ਵੀ ਹੁਣ ਇਹਨੇ ਕੀ ਬਚਣਾ, ਇਹਦਾ ਤਾਂ ਘੋਰੜੂ ਵੱਜਣ ਲੱਗ ਗਿਆ। ਸੋ ਜ਼ਾਹਰ ਹੈ ਕਿ ਮੰਨਿਆ ਜਾਂਦਾ ਹੈ ਕਿ ਅਖੀਰ ਵੇਲੇ ਜਦੋਂ ਸਾਹ ਸਰੀਰ ਚੋਂ ਨਿਕਲਦੇ ਨੇ ਤਕਲੀਫ ਦੇ ਹੁੰਦੇ, ਪਰ ਕਈਆਂ ਦਾ ਹੁੰਦਾ ਹੈ ਕਿ ਜੀ ਉਹ ਤਾਂ ਬਿਲਕੁਲ ਉਹਦਾ ਤਾਂ ਉਹ ਇਵੇਂ ਹੈ ਜਿਵੇਂ ਸੁੱਤਾ ਪਿਆ ਹੋਵੇ, ਕਿ ਵੀ ਉਹਦੇ ਕੋਈ ਵੀ ਬੋਡੀ ਡਿਫਾਰਮਿਟੀ ਨਹੀਂ ਹੈ ਜਾਂ ਕੋਈ ਇਸ ਕਿਸਮ ਦਾ ਨਹੀਂ ਹੈ, ਔਰ ਇਹ ਲੱਗਦਾ ਹੈ ਕਿ ਜੀ ਉਹਦੀ ਤਾਂ ਸੰਤਾਂ ਵਾਂਗ ਮੌਤ ਹੋਈ। ਇਹ ਵੀ ਆਮ ਲਫ਼ਜ਼ ਕਿਹਾ ਜਾਂਦਾ ਹੈ। ਪਰ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਤੈਨੂੰ ਮੌਤ ਦੇ ਫਰਿਸ਼ਤੇ ਤੋਂ ਡਰ ਨਹੀਂ ਲੱਗਦਾ, ਰੱਬ ਤੋਂ ਡਰ ਨਹੀਂ ਲੱਗਦਾ, ਪਰ ਇੱਕ ਗੱਲ ਯਾਦ ਰੱਖੀ ਕਿ ਇਹ ਜਦੋਂ ਨਿਕਲਣੀ ਹੈ ਇਹ ਜਾਨ, ਜਿਹਦੇ ਲਈ ਤੂੰ ਇਹ ਸਾਰੀਆਂ ਆਸ਼ੀਆਂ ਕਰਦੇ ਤੇ ਇਹ ਤੇਰੇ ਹੱਡਾਂ ਨੂੰ ਕੜਕਾ ਕੇ ਨਿਕਲੇਗੀ। ਔਰ ਇਹ ਗੱਲ ਤੂੰ ਆਪਣੀ ਹੁਣ ਰੂਹ ਨੂੰ ਕਿਵੇਂ ਸਮਝਾਏਗਾ ਕਿ ਭਾਈ ਉਹ ਹੁਣ ਇੱਥੇ ਰੁਕ ਨਹੀਂ ਸਕਦੀ, ਇਹ ਇਸ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਜਾਣ ਦਾ ਵਕਤ ਵੀ ਲਿਖਾ ਕੇ ਆਏ ਸੀ। ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਣਾਏ।
कि ये तेरी जिंद वोटी है ते मौत ये लाड़ा है, और जो मौत का लाड़ा आ गया तो उन्हें तेनों ब्याह के लै जाना। मतलब है कि कोई चीज तेनों हुण जिन्ने मर्जी तेरे प्यारे चार चफेरे होण, ताकतवर होण, धनाड़ होण, रोक नहीं सकणगे। लाड़ा दर ते आके बैठे और उन्हें जिहड़ा मौत दे लाड़े ने जिंद दी वोटी नूं वर के लै जाना है। जिंद वोटी मरण वर लै जासी परणाए, आपन हत्थी जोल कै गल लगे धाए। हुण ਜਦੋਂ ਤੁਸੀਂ ਕ੍ਰੀਮੇਟ ਕਰਦੇ ਹੋ ਜਾਂ ਦਫਨ ਕਰਦੇ ਹੋ ਤੇ ਜ਼ਾਹਰ ਹੈ ਕਿ ਉਹੀ ਭਰਾ ਹੁੰਦੇ ਨੇ, ਭੈਣਾਂ, ਘਰ ਵਾਲੀ ਜਾਂ ਮਾਪਿਓ ਜਾਂ ਜਿਹੜੇ ਲੈ ਕੇ ਜਾਂਦੇ ਨੇ ਕਿ ਵੀ ਆਪਣੇ ਹੱਥੀਂ ਜੋਲ ਕੇ ਕਿ ਹੁਣ ਜਿਹਦੇ ਸਹਾਰੇ ਤੋਂ ਬਹੁਤ ਮਾਣ ਕਰਦਾ ਸੀ, ਹੁਣ ਜਿਹੜੇ ਬਾਕੀ ਲੈਫਟ ਓਵਰ ਨੇ ਟੱਬਰ ਦੇ ਉਹਨਾਂ ਨੂੰ ਹੈ ਕਿ ਵੀ ਹੁਣ ਕਿਹਦੇ ਗਲ ਲੱਗ ਕੇ ਤੂੰ ਰੋਏਂਗੀ ਜਾਂ ਕਿਹਦੇ ਗਲ ਲੱਗ ਕੇ ਤੂੰ ਰੋਏਂਗਾ। ਆਪਣ ਹੱਥੀਂ ਜੋਲ ਕੇ, ਜੁਲਣਾ ਜਿਵੇਂ ਮੈਂ ਕਿਹਾ ਸੀ ਲਹਿੰਦੇ ਪੰਜਾਬ ਤੁਰਨ ਨੂੰ ਕਹਿੰਦੇ ਨੇ, ਕੁੱਥੇ ਜੁਲਿਓ, ਆਪਣ ਹੱਥੀਂ ਜੋਲ ਕੇ, ਆਪ ਤੂੰ ਜੋਲਿਆ ਤੋਰ ਕੇ ਆਪ ਉਹਨੂੰ ਕ੍ਰੀਮੇਟ ਕਰਕੇ ਆਏ ਹੋ ਜਾਂ ਉਹਨੂੰ ਬਰੀ ਕਰਕੇ ਆਏ ਹੋ। ਹੁਣ ਕਿਹਦੇ ਗਲ ਲੱਗ ਕੇ ਤੁਸੀਂ ਧਾਵਾਂ ਮਾਰ ਕੇ ਰੋ ਸਕਦੇ ਹੋ। ਔਰ ਹੁਣ ਜਿਹੜੀ ਜਿੰਦ ਗਈ ਹੈ ਉਹਦਾ ਸਫ਼ਰ ਸ਼ੁਰੂ ਹੋ ਗਿਆ। ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਹੁਣ ਇਹ ਵੀ ਇਸਲਾਮ ਦੇ ਵਿੱਚ ਫੇਥ ਹੈ ਕਿ ਇਹ ਜਦੋਂ ਅੱਗੋਂ ਜਿਹੜੀ ਰੂਹ ਗੁਜ਼ਰਦੀ ਹੈ, ਇੱਕ ਪੁਲ ਸਰਾਤ ਹੈ ਜਿਹਦਾ ਬਹੁਤ ਤੰਗ ਰਸਤਾ ਹੈ ਔਰ ਇਹ ਉਹਦੇ ਚ ਹੋਰ ਕੁਝ ਨਹੀਂ ਨਜ਼ਰ ਆਉਂਦਾ, ਔਰ ਉਸ ਚੋਂ ਜਿਹੜੀਆਂ ਮਾੜੀਆਂ ਰੂਹਾਂ ਨੇ ਉਹ ਬਹੁਤ ਤਕਲੀਫ ਦੇ ਨਾਲ ਉਹਨਾਂ ਨੂੰ ਹੁੰਦਾ ਹੈ ਔਰ ਉਹ ਉਹਦੇ ਚੋਂ ਗੁਜ਼ਰ ਨਹੀਂ ਸਕਦੀਆਂ ਉਸ ਪੁਲ ਸਰਾਤ ਤੋਂ। ਹਨਾ ਗੁਰਬਾਣੀ ਦੇ ਵਿੱਚ ਇਹਨੂੰ ਡਿਫਰੈਂਟ ਜਿਹੜਾ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਦੀ ਆਸਾ ਦੀ ਵਾਰ ਚ ਅਸੀਂ ਪੜ੍ਹਦੇ ਹਾਂ ਕਿ ਵੀ ਰਾਹ ਭੀੜਾ ਅੱਗੇ ਜਾਵਣਾ, ਨੰਗਾ ਦੋਸਕ ਚਾਲਿਆ ਤਾਂ ਦਿਸੈ ਖੜਾ ਡਰਾਵਣਾ, ਕਰ ਔਗਣ ਪਛੋਤਾਵਣਾ। ਕਿ ਜੇ ਜਦੋਂ ਤੁਸੀਂ ਨਿਕਲਦੇ ਹੋ ਰਾਹ ਭੀੜਾ ਹੈ, ਜਿਹੜੀ ਮੌਤ ਤੋਂ ਬਾਅਦ ਦਾ ਜਿਹੜਾ ਤੁਹਾਡਾ ਰਸਤਾ ਹੈ, ਰਾਹ ਭੀੜਾ ਅੱਗੇ ਜਾਵਣਾ। ਪੁਲ ਸਰਾਤ ਵੀ ਇੱਕ ਤੰਗ ਜੋ ਗੁਜ਼ਰਨਾ ਪੈਂਦਾ ਹੈ। ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜਦੋਂ ਤੈਨੂੰ ਬਿਲਕੁਲ ਬੇਪਤ ਕਰਕੇ ਦੋਜ਼ਖ ਦੇ ਵਿੱਚ ਸੁੱਟਿਆ ਜਾਏਗਾ ਉਦੋਂ ਤੂੰ ਇੱਕ ਡਰਾਉਣੀ ਸ਼ਕਲ ਵਾਲਾ ਹੋਏਗਾ, ਕਰ ਔਗਣ ਪਛੋਤਾਵਣਾ। ਉਦੋਂ ਫੇਰ ਤੈਨੂੰ ਲੱਗੇਗਾ ਕਿ ਵੀ ਮੈਂ ਇਹ ਮਾੜੇ ਔਗਣ ਕਿਉਂ ਕੀਤੇ ਨੇ। ਔਰ ਬਾਬਾ ਫਰੀਦ ਫਰਮਾਉਂਦੇ ਨੇ, ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਈ, ਫਰੀਦਾ ਕਿੜੀ ਪਵਿੰਦੀ ਖੜਾ ਨਾ ਆਪ ਮੁਹਾਏ। ਕਿ ਹੁਣ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਦੇਖ ਤੇਰੇ ਨਾਲ ਕੀ ਹਾਲ ਹੋ ਰਿਹਾ ਕਿ ਵੀ ਤੈਨੂੰ ਇਹ ਜਿਹੜਾ ਪੁੱਲ ਹੈ ਜਿਹੜਾ ਬਹੁਤ ਸੌੜਾ ਤੇ ਬਰੀਕ ਹੈ ਇਹਦੇ ਚੋਂ ਗੁਜ਼ਰਨਾ ਪੈ ਰਿਹਾ। ਔਰ ਇਹ ਗੱਲ ਆਪਣੇ ਆਪ ਨੂੰ ਵੀ ਸਮਝੇ, ਇਹਨੂੰ ਪ੍ਰੈਕਟੀਕਲ ਲਾਈਫ ਚ ਦੇਖੋ ਕਿ ਵੀ ਇਹ ਜਿਹੜੀ ਦਰਵੇਸ਼ੀ ਹੈ ਇਹ ਕਮਾਣੀ ਬੜੀ ਔਖੀ ਹੈ। ਇਸ ਗੱਲਾਂ ਮੌਤ ਤੋਂ ਬਾਅਦ ਦੇ ਸਫ਼ਰ ਦੀ ਮੈਟਾਫਰ ਹੈ, ਲੇਕਿਨ ਇਹ ਵੀ ਯਾਦ ਦਹਾਨੀ ਹੈ ਕਿ ਦਰਵੇਸ਼ੀ ਕਮਾਣੀ ਬੜੀ ਔਖੀ ਹੈ। ਔਰ ਇਹੀ ਹੈ ਜੇ ਦੁਨੀਆ ਦੇ ਵਕਾਰਾਂ ਤੋਂ ਬਚਣਾ ਤੇ ਦਰਵੇਸ਼ੀ ਦਾ ਰਸਤਾ, ਰੱਬ ਦੀ ਯਾਦ ਦਾ ਰਸਤਾ ਹੀ ਤੁਹਾਨੂੰ ਇਸ ਪਾਸੇ ਵੱਲ ਜਿਹੜਾ ਹੈ। ਕਿਉਂਕਿ ਜਦੋਂ ਅਸੀਂ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਇਸ ਜੀਵਨ ਜਿੰਦਿਆਂ ਦੀ ਗੱਲ ਹੈ ਕਿ ਭਾਈ ਇਸ ਰੱਬ ਦੀ ਯਾਦ ਦੇ ਰਸਤੇ ਤੇ ਤੁਰਨਾ, ਤਲਵਾਰ ਦੀ ਧਾਰ ਤੇ ਤੁਰਨਾ। ਲੇਕਿਨ ਅਲਟੀਮੇਟਲੀ ਇਹੀ ਸੋਲੂਸ਼ਨ ਵੀ ਹੈ ਕਿ ਜੇ ਇਸ ਗੱਲ ਨੂੰ ਵੀ ਯਾਦ ਰਹੇ ਕਿ ਸਾਡੇ ਧਰਮ ਗੁਰੂ, ਸਾਡੇ ਪੈਗੰਬਰ ਇਹ ਸਾਨੂੰ ਆਵਾਜ਼ਾਂ ਮਾਰ-ਮਾਰ ਕੇ ਕਹਿ ਰਹੇ ਨੇ, ਧਿਆਨ ਨਾਲ ਸੁਣ, ਜ਼ਿੰਦਗੀ ਨੂੰ ਅਜਾਈ ਨਾ ਗਵਾ। ਇਹੀ ਹੈ ਫਰੀਦਾ ਕਿਹੜੀ ਪਵਿੰਦੀ ਖੜਾ ਨਾ ਆਪ ਮੁਹਾਏ। ਕਿ ਚਾਰ ਚਫੇਰਿਓ ਤੁਹਾਡੇ ਨਬੀ, ਤੁਹਾਡੇ ਗੁਰੂ, ਤੁਹਾਡੇ ਪੈਗੰਬਰ, ਤੁਹਾਡੇ ਪੀਰ ਤੁਹਾਨੂੰ ਇਹ ਕਹਿ ਰਹੇ ਨੇ ਕਿ ਇਹ ਜ਼ਿੰਦਗੀ ਰਹਿਣ ਵਾਲੀ ਨਹੀਂ ਹੈ। ਅਲਟੀਮੇਟਲੀ ਤੁਸੀਂ ਰੱਬ ਦੀ ਦਰਗਾਹ ਦੇ ਵਿੱਚ ਆਪਣੇ ਜੋ ਤੁਹਾਡਾ ਕੀਤਾ ਹੈ ਉਹਦੇ ਲਈ ਜਵਾਬ ਦਿਓ। ਇਹ ਕਿਹੜੀ ਪਾਬੰਦੀ, ਚਾਰ ਚੁਫੇਰੇ ਆਵਾਜ਼ਾਂ ਨੇ, ਪਰ ਨਾਲ ਇਹ ਕਹਿ ਰਹੇ ਨੇ ਖੜਾ ਨਾ ਆਪ ਮੁਹਾਏ ਕਿ ਐਵੇਂ ਆਪਣੇ ਆਪ ਨੂੰ ਲੁਟਾ ਨਾ ਇਹਨਾਂ ਵਿਤਾਰਾਂ ਔਰ ਇਹਨਾਂ ਔਗਣਾਂ ਦੇ ਵਿੱਚ ਫਸ ਕੇ। ਉਹਨਾਂ ਦੀ ਆਵਾਜ਼ ਨੂੰ ਸੁਣ, ਜ਼ਿੰਦਗੀ ਨੂੰ ਸੰਭਾਲ ਔਰ ਜ਼ਿੰਦਗੀ ਨੂੰ ਸੱਚ ਦੇ ਰਸਤੇ ਤੇ ਤੋਰ ਤਾਂ ਕਿ ਰੱਬ ਦੀ ਦਰਗਾਹ ਦੇ ਵਿੱਚ ਤੂੰ ਸ਼ਰਮਿੰਦਾ ਨਾ ਹੋਏ। ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ, ਕਿ ਸਾਈਂ ਦੇ ਦਰਬਾਰ ਚ ਜਿਹੜਾ ਉਹ ਤੈਨੂੰ ਸ਼ਰਮਿੰਦਾ ਨਾ ਹੋਣਾ ਪਏ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਨਾਲ
ਸਮਾਂ ਇੱਥੇ ਸਮਾਪਤ ਨਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ soshevreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਰਥ ਨੂੰ ਆਗਿਆ ਦਿਓ। ਦੇਖਦੇ ਰਹੋ ਟੀਵੀ ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।